देर रात संगरूर ਦੇ ਲਹਿਰਾ ਗਾਗਾ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਇਸ ਨੇ ਇਲਾਕੇ ਦੇ 6 ਪਿੰਡ ਆਪਣੀ ਚਪੇਟ ਵਿੱਚ ਲੈ ਲਏ। ਅੱਗ ਤੇ ਕਾਬੂ ਪਾਉਣ ਲਈ ਪਿੰਡ ਵਾਲਿਆਂ ਨੇ ਜੀਸੀਬੀ ਮਸ਼ੀਨਾਂ ਦੀ ਮਦਦ ਨਾਲ ਮਿੱਟੀ ਨੂੰ ਪੁੱਟ ਕੇ ਅੱਗ ਨੂੰ ਅੱਗੇ ਫੈਲਣ ਤੋਂ ਰੋਕਿਆ। ਇਸ ਦੇ ਨਾਲ ਹੀ ਲੋਕਾਂ ਦੇ ਪਸ਼ੂ ਘਰ ਬੁਰੀ ਤਰ੍ਹਾਂ ਇਸ ਅੱਗ ਨਾਲ ਨੁਕਸਾਨੇ ਗਏ। ਲੋਕਾਂ ਦਾ ਰੋਸ਼ ਸੀ ਕਿ ਅੱਗ ਇੰਨੀ ਭਿਆਨਕ ਸੀ, ਪਰ ਫਿਰ ਵੀ ਇੱਥੇ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਤੇ ਨਹੀਂ ਪਹੁੰਚਿਆ ਅਤੇ ਸਿਰਫ ਇੱਕ ਹੀ ਫਾਇਰ ਬ੍ਰਿਗੇਡ ਦੀ ਗੱਡੀ ਅੱਗ ਬੁਝਾਉਂਦੀ ਵੇਖੀ ਗਈ। ਮੌਕੇ ਤੇ ਪਹੁੰਚੇ ਲਹਿਰਾ ਗਾਗਾ ਦੇ ਐਮਐਲਏ ਬਰਿੰਦਰ ਗੋਇਲ ਨੇ ਕਿਹਾ ਕਿ ਉਹਨਾਂ ਨੇ ਤੁਰੰਤ ਹੀ ਸੰਗਰੂਰ ਦੇ ਡੀਸੀ ਅਤੇ ਐਸਐਸਪੀ ਨਾਲ ਇਸ ਮਾਮਲੇ ਸੰਬੰਧੀ ਗੱਲ ਕੀਤੀ ਹੈ ਅਤੇ ਸੰਗਰੂਰ ਦੇ ਵੱਖ-ਵੱਖ ਸ਼ਹਿਰਾਂ ਦੇ ਨਾਲ-ਨਾਲ ਸਮਾਣਾ ਤੋਂ ਵੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚ ਗਈਆਂ ਹਨ। ਉਹਨਾਂ ਕਿਹਾ ਕਿ ਅੱਗ ਇੰਨੀ ਭਿਆਨਕ ਹੈ ਕਿ ਇਸ ਤਰ੍ਹਾਂ ਦਾ ਹਾਦਸਾ ਪਹਿਲਾਂ ਕਦੇ ਵੀ ਨਹੀਂ ਹੋਇਆ। ਇਸ ਅੱਗ ਨੇ ਕਈ ਪਿੰਡ ਆਪਣੀ ਚਪੇਟ ਵਿੱਚ ਲੈ ਲਏ ਹਨ ਅਤੇ ਕਈ ਘਰਾਂ ਦੇ ਪਸ਼ੂ ਵੀ ਇਸ ਅੱਗ ਨਾਲ ਨੁਕਸਾਨੇ ਗਏ ਹਨ। ਉਹਨਾਂ ਕਿਹਾ ਕਿ ਉਹਨਾਂ ਨੇ ਪ੍ਰਸ਼ਾਸਨ ਨੂੰ ਹੁਕਮ ਦਿੱਤੇ ਹਨ ਕਿ ਸਵੇਰ ਹੁੰਦੇ ਹੀ ਜਲਦੀ ਆ ਕੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਜਾਵੇ ਅਤੇ ਜ਼ਖਮੀ ਪਸ਼ੂਆਂ ਦਾ ਇਲਾਜ ਤੁਰੰਤ ਕੀਤਾ ਜਾਵੇ। ਕੀ ਨਾਮ ਹੈ ਵੀਰ ਜੀ ਤੁਹਾਡਾ? ਮੇਰਾ ਨਾਮ ਪਰਮਿੰਦਰ ਸਿੰਘ ਹੈ ਜੀ। ਪਿੰਡ ਹੰਡ 'ਚ ਦੇਖੋ ਜੀ, ਤੁਸੀਂ ਦੇਖ ਸਕਦੇ ਹੋ ਕੁੱਪਾਂ ਨੂੰ ਕਿੰਨੀ ਅੱਗ ਲੱਗੀ ਹੋਈ ਹੈ। ਡੰਗਰ ਪਸ਼ੂ, ਹਾਲਾਂਕਿ ਡੰਗਰ ਪਸ਼ੂਆਂ ਨੂੰ ਵੀ ਚੜ ਗਈ। ਪਿੰਡ 'ਚ ਬੜੀ ਮੁਸ਼ਕਿਲ ਨਾਲ ਡੰਗਰ ਪਸ਼ੂ ਬਾਹਰ ਕੱਢੇ ਨੇ। ਬੱਚਿਆਂ ਦਾ ਸਾਹ ਘੁੱਟਣ ਲੱਗ ਰਿਹਾ ਹੈ। ਪਿੰਡ 'ਚ ਕੁੱਪ ਹੋਣ ਕਰਕੇ, ਕੁੱਪਾਂ ਨੂੰ ਅੱਗ ਲੱਗਣ ਕਰਕੇ ਹਰੇਕ ਘਰ 'ਚ ਅੱਗ ਹੈ। ਕਿੰਨਾ ਬੁਰਾ ਹਾਲ ਤੁਸੀਂ ਦੇਖਣ ਲੱਗ ਰਹੇ ਹੋ। ਪਸ਼ੂਆਂ ਦੇ ਵੀ ਕਈ ਜਗ੍ਹਾ ਦਾ ਪਸ਼ੂਆਂ ਨੂੰ ਵੀ ਅੱਗ ਨੇ ਝਲਸਿਆ ਹੈ ਜੀ। ਬੱਚਿਆਂ ਦਾ ਵੀ ਕਿੰਨਾ ਬੁਰਾ ਹਾਲ ਹੈ। ਡਿੱਗ ਕੇ ਬੁੜੀਆਂ ਨੂੰ ਮਸੋ ਚੱਕ ਕੇ ਕੱਢਿਆ। ਪ੍ਰਸ਼ਾਸਨ ਵੱਲੋਂ ਸਾਨੂੰ ਕੁਝ ਨਹੀਂ ਮਿਲਿਆ ਹੈਗਾ। ਫਾਇਰ ਬ੍ਰਿਗੇਡ ਤਾਂ ਜ਼ਰੂਰ ਦੀ ਗੱਲ ਹੈ, ਇੱਥੇ ਕੋਈ ਮੁਲਾਜ਼ਮ ਪਹੁੰਚੇ ਤੱਕ ਵੀ ਨਹੀਂ ਹੈਗਾ ਜੀ। ਤੁਸੀਂ ਦੇਖ ਸਕਦੇ ਹੋ ਕਿੰਨਾ ਬੁਰਾ ਹਾਲ ਹੈ ਕਿ ਸਾਰਾ ਪਿੰਡ ਹੀ ਜਲ ਚੁੱਕਿਆ ਹੈ। ਸਭ ਤੋਂ ਵੱਧ ਤੁਸੀਂ ਦੇਖਦੇ ਹੋ ਹਾਂਡੇ ਪਿੰਡ 'ਚ ਅੱਧੇ ਪਿੰਡ ਵਾਂਗੂ ਅੱਗ ਲੱਗੀ ਪਈ ਹੈ। ਜਿਸ ਤਰ੍ਹਾਂ ਕਿ ਕੁੱਪਣੇ ਪਿੰਡ ਦੇ ਵਿਚਾਲੇ ਸਾਰੇ ਕੁੱਪ ਮੱਚ ਗਏ ਨੇ ਤੇ ਘਰਾਂ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ। ਫਿਰ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਰੱਖਿਆ ਗਿਆ? ਗੁਰਦੁਆਰਾ ਸਾਹਿਬ ਜਾਂ ਜਿਹੜੇ ਪਿੰਡ ਦੇ ਵਿਚਾਲੇ ਕੋਈ ਵੱਡੇ ਘਰ ਸੀ ਉਹਨਾਂ 'ਚ ਇਕੱਠੇ ਕਰੇ ਹੋਏ ਨੇ ਬੱਚੇ ਤੇ ਪਸ਼ੂ ਖੋਲ ਕੇ ਵੀ ਹਾਂ ਕਿਸੇ ਜਿੱਥੇ ਲੱਗਦਾ ਵੀ ਇੱਥੇ ਤੁਹਾਡੇ ਬੱਚੇ ਤਾਂ ਉੱਥੇ ਪਹੁੰਚਾਏ ਨੇ ਜੀ ਪਸ਼ੂ। ਇਸ ਤਰ੍ਹਾਂ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ? ਕੰਟਰੋਲ ਜੀਸੀਬੀਆਂ ਲੱਗੀਆਂ ਹੋਈਆਂ ਜੀ। ਇਹ 'ਚ ਪਾਣੀ ਵਾਲੀਆਂ ਟੈਂਕੀਆਂ ਜ਼ਿਮੀਂਦਾਰਾਂ ਦੇ ਜਿਹੜੇ ਸਪਰੇਅ ਵਾਲੇ ਪੰਪ ਹੁੰਦੇ ਨੇ ਉਹ ਬਹੁਤ ਜ਼ਿਆਦਾ ਆ ਰਹੇ ਨੇ। ਦੂਜੇ ਪਿੰਡਾਂ 'ਚ ਹੋਰ ਟੈਂਕ ਜਿਹੜੇ ਪਾਣੀ ਦੇ ਟੈਂਕ ਹੁੰਦੇ ਨੇ ਜੀ, ਆਪਣਾ ਹਿੰਮਤਪੁਰਾ ਹੋ ਗਿਆ ਜਾਂ ਇੱਧਰ ਪੁਰਨਮਾਜਰਾ, ਉਦੇਪੁਰ, ਸਾਰੇ ਪਿੰਡਾਂ ਤੋਂ ਜਿੱਥੇ ਪਟਾਲ ਤੱਕ ਦੇ ਲੋਕ ਨੇ ਇੱਥੇ ਪਹੁੰਚੇ ਹੋਏ ਨੇ ਜੀ। ਟੈਂਕੀਆਂ ਲੈ ਕੇ ਸਪਰੇਅ ਵਾਲੇ ਪੰਪਾਂ ਨਾਲ ਕਾਬੂ ਕਰਿਆ ਜਾ ਰਿਹਾ। ਜੀਸੀਬੀਆਂ ਨਾਲ, ਟਰੈਕਟਰਾਂ ਨਾਲ ਵਾਹ ਕੇ ਕਾਬੂ ਕੀਤਾ ਜੀ। ਪ੍ਰਸ਼ਾਸਨ ਤੋਂ ਵੱਲੋਂ ਕੋਈ ਹਦਾਇਤ ਨਹੀਂ ਮਿਲੀ ਜੀ, ਕੋਈ ਸਹਾਇਤਾ ਨਹੀਂ ਮਿਲੀ, ਬਿਲਕੁਲ ਵੀ ਕੁਝ ਵੀ ਨਹੀਂ। ਫਾਇਰ ਬ੍ਰਿਗੇਡ ਤਾਂ ਦੂਰ ਦੀ ਗੱਲ ਹੈ ਜੀ, ਉਹਨਾਂ ਦਾ ਫੋਨ ਵੀ ਨਹੀਂ ਚੱਕੇ ਜੀ, ਫੋਨ ਵੀ ਅਟੈਂਡ ਨਹੀਂ ਕੀਤੇ ਹੈਗੇ। ਕੋਈ ਸਹਾਇਤਾ ਨਹੀਂ ਪ੍ਰਸ਼ਾਸਨ ਵੱਲੋਂ ਸਾਨੂੰ ਜੀ। ਬਾਈ ਆਪਣਾ ਜਰਨੈਲ ਸਿੰਘ ਵੀਰ ਵੀ ਅੱਛਾ ਆਪਣੇ ਪਿੰਡਾਂ 'ਚ ਖੇਤਾਂ 'ਚ ਅੱਗ ਵੜ ਗਈ ਜੀ। ਪਿੰਡ 'ਚ ਬਹੁਤ ਜ਼ਿਆਦਾ ਨੁਕਸਾਨ ਹੋਇਆ। 3-4 ਪਿੰਡ ਨੇ ਕਲੈੜ ਆਪਣਾ ਹਾਂਡਾ ਕੁਦਨੀ ਖੇਤਾਂ 'ਚ ਆਉਂਦੇ ਆਉਂਦੀ, ਲੇਕਿਨ ਸਾਡੇ ਵੱਲੋਂ ਪੂਰੀ ਅੱਗ ਬੁਝਾਉਣ ਦੀ ਕੋਸ਼ਿਸ਼ ਹੈ। ਫਿਰ ਵੀ JBC ਵੀ ਲੱਗੇ ਨੇ, ਉਹ ਵੀ ਲੱਗੇ ਨੇ, ਲੇਕਿਨ
ਫਾਇਰ ਬ੍ਰਿਗੇਡ ਤਾਂ ਇੱਕ ਵੀ ਕੋਈ ਸਾਨੂੰ ਕੋਈ ਵੀ ਸਹੂਲਤ ਨਹੀਂ ਮਿਲੀ ਜੀ। ਇਸ ਅਸੀਂ ਇਹ ਕਹਿਣਾ ਚਾਹੁੰਦੇ ਵੀ ਕੋਈ ਤਾਂ ਕੋਈ ਸਾਡਾ ਫੋਨ ਨਹੀਂ ਚੱਕਿਆ, ਕੁਛ ਨਹੀਂ ਕੀਤਾ ਜੀ। ਇਹ ਉਹਨੂੰ ਅੱਗ ਬੁਝਾਉਣ ਦੀ ਬਹੁਤ ਨੁਕਸਾਨ ਹੋ ਗਿਆ ਸਾਡੇ ਹੰਡ ਪਿੰਡ ਵਿੱਚ ਜੀ। 10 ਮਿੰਟਾਂ ਦੇ ਅੰਦਰ ਅੰਦਰ ਤਬਾਹ ਕਰਤਾ ਜੀ ਸਾਰਾ। ਕਿੰਨੇ ਕੁ ਘਰਾਂ ਦੇ ਵਿੱਚ ਵੀ ਅੱਗ ਗਈ ਹੈ? ਹਾਂਜੀ ਹਾਂਜੀ, ਘਰਾਂ ਦੇ ਵਿੱਚ ਵੀ ਹੈ। ਤੁਸੀਂ ਆਪ ਦੇਖ ਰਹੇ ਹੋ ਵੀਰੇ, ਹਾਲੇ ਵੀ ਸਾਡੀ ਹਾਲਤ ਦੇਖੋ ਜੀ, ਮੁਸ਼ਕਲ ਹੋ ਰਿਹਾ। ਤੁਸੀਂ ਵੀ ਕਿਵੇਂ ਖੜੇ ਹੋ, ਧੂੰਆਂ ਦੇਖੋ ਜੀ। ਕੀ ਨਾਮ ਹੈ ਵੀਰੇ? ਮੇਰਾ ਨਾਮ ਹਰਪ੍ਰੀਤ ਸਿੰਘ ਹੈ ਵੀਰੇ। ਪਿੰਡ ਕਿਹੜਾ? ਹਾਂਡਾ ਵੀਰੇ। ਵੀਰੇ ਕੀ ਹਾਲਾਤ ਹੈਗੇ ਆ ਪਿੰਡ ਦੇ? ਕਿਵੇਂ ਅੱਗ ਲੱਗੀ? ਕਿਵੇਂ ਕਿੰਨੇ ਕੁ ਪਿੰਡਾਂ ਨੂੰ ਅੱਗ ਹੈਗੀ ਆ? ਹਾਲਾਤ ਦੇਖ ਲਓ ਵੀਰੇ, ਤੁਹਾਡੇ ਸਾਹਮਣੇ ਅੱਗ ਬਹੁਤ ਖੇਤਾਂ ਤੋਂ ਆਈ ਸੀ, ਸਾਰੇ ਪਿੰਡ ਦੇ ਵਿੱਚ ਵੜ ਚੁੱਕੀ ਹੈ। ਇੱਧਰ ਦੇਖ ਲਓ ਵੀਰੇ, ਕੁੱਪ ਦੇਖ ਲਓ, ਕੁਛ ਵੀ ਨਹੀਂ ਬਚਿਆ ਹੈਗਾ ਤੁਹਾਡੇ ਸਾਹਮਣੇ। ਇੱਧਰ JCB ਲੱਗੀਆਂ ਹੋਈਆਂ ਨੇ ਵੀਰੇ, ਕੋਈ ਪ੍ਰਸ਼ਾਸਨ ਦੀ ਸਹਾਇਤਾ ਨਹੀਂ, ਕੋਈ ਫਾਇਰ ਬ੍ਰਿਗੇਡ ਨਹੀਂ ਆਈ, ਕੁਛ ਵੀ ਨਹੀਂ ਆਇਆ ਵੀਰੇ। ਦੇਖ ਲਓ ਤੁਹਾਡੇ ਸਾਹਮਣੇ ਆ ਯਾਰ। ਕਿੰਨੇ ਟਾਈਮ ਬਾਅਦ ਫਾਇਰ ਬ੍ਰਿਗੇਡ ਆ ਰਹੀ ਹੈ? ਹੁਣ ਵੀ ਆਵਾਜ਼ ਆ ਰਹੀ ਹੈ? ਉਹ ਕੁਛ ਨਹੀਂ ਆ ਰਿਹਾ ਯਾਰ, ਇੱਕ ਅੱਧੀ ਆਈ ਹੋ ਜੀ 5 ਘੰਟੇ ਜੀ, 3 ਘੰਟਿਆਂ ਦੇ ਕਰੀਬ ਹੋ ਗਏ। ਦੇਖ ਲਓ ਇੱਕ ਅੱਧੀ ਆਈ ਹੈ ਹੁਣ ਜੀ, ਆਈ ਹੈ ਯਾਰ। ਉਹ ਕਿੰਨਾ ਕੇ ਬੁਝਾਲੂਗੀ ਉਹ ਯਾਰ ਤੁਹਾਡੇ ਸਾਹਮਣੇ। ਪਿੰਡ ਚ ਅੱਗ ਦੇ ਕੰਟਰੋਲ ਕੀਤਾ ਜਾ ਰਿਹਾ, ਤੁਸੀਂ ਵੀ ਕਿਵੇਂ ਕਰ ਰਹੇ ਹੋ ਇਹਨਾਂ ਨੂੰ? ਦੇਖੋ ਯਾਰ, ਪੈਰ ਹਾਲਾਤ ਦੇਖੋ ਇੱਧਰ ਯਾਰ। ਹੁਣ ਕੀ ਕੀਤਾ ਜਾਵੇ ਯਾਰ, ਨਾ ਪ੍ਰਸ਼ਾਸਨ ਪਹੁੰਚਿਆ ਕੋਈ ਯਾਰ, ਨਾ ਫਾਇਰ ਬ੍ਰਿਗੇਡ ਪਹੁੰਚੀ ਕੋਈ ਯਾਰ। ਦੇਖੋ ਬਹੁਤ ਵੱਡੇ ਦੁੱਖ ਦੀ ਗੱਲ ਹੈ ਕਿ ਅੱਜ ਹਾਂਡਾ, ਕੁਦਨੀ, ਰਾਮਪੁਰਾ ਗੁਜਰਾ, ਮਖਰੋਟ ਸਾਹਿਬ, ਮਨਿਆਣਾ, ਮੰਡਵੀ, ਇਹਨਾਂ ਸਾਰੇ ਪਿੰਡਾਂ ਦੇ ਵਿੱਚ ਅਚਾਨਕ ਇੱਕਦਮ ਅੱਗ ਲੱਗ ਗਈ। ਔਰ ਅੱਗੇ ਇਸ ਤਰ੍ਹਾਂ ਦੀ ਲੱਗੀ ਹੈ ਕਿ ਜ਼ਿੰਦਗੀ ਦੇ ਵਿੱਚ ਕਦੇ ਵੀ ਕਿਸੇ ਨੇ ਦੇਖੀ ਨਹੀਂ ਹੋਈ। ਜਿਸ ਪਾਸੇ ਵੀ ਦੇਖ ਰਹੇ ਹਾਂ ਅੱਗ ਦਾ ਹੀ ਤਾਂਡਵ ਨਜ਼ਰ ਆ ਰਿਹਾ। ਐਡੀ ਭਿਆਨਕ ਰੂਪ ਧਾਰਨ ਕਰ ਲਿਆ ਕਿ ਮਤਲਬ ਇਸ ਤਰ੍ਹਾਂ ਲੱਗਦਾ ਵੀ ਸਾਰੇ ਪਾਸੇ ਅੱਗ ਹੀ ਅੱਗ ਹੋ ਰਹੀ ਹੈ। ਸੋ ਬਹੁਤ ਵੱਡਾ ਨੁਕਸਾਨ ਹੋ ਗਿਆ। ਹੁਣ ਪਿੰਡ ਮਨਿਆਣੇ ਦੇ ਵਿੱਚ ਉੱਥੇ ਇੱਕ ਬੰਦਾ ਵੀ ਝੁਲਸ ਗਿਆ, 2-3 ਡੰਗਰ ਤਾਂ ਉੱਥੇ ਮੱਚੀ ਪਏ ਆ, ਜ਼ਖਮੀ ਪਏ ਆ। 2-3 ਉਹਨਾਂ ਦੀਆਂ ਮੱਝਾਂ ਖੁੱਲੀਆਂ, ਉਹਨਾਂ ਦਾ ਪਤਾ ਹੀ ਨਹੀਂ ਲੱਗ ਰਿਹਾ ਕਿੱਥੇ ਹੈ। ਸੋ ਇਸੇ ਤਰ੍ਹਾਂ ਸਾਰੇ ਪਿੰਡਾਂ ਦੇ ਵਿੱਚ ਹੁਣ ਇੱਕ ਮੰਡਵੀ ਦੇ ਵਿੱਚ, ਮਕਰੋਟ ਦੇ ਵਿੱਚ ਇੱਕ ਬੰਦੇ ਨੇ ਅੱਜ ਹੀ ਕਣਕ ਵੱਢੀ ਸੀ ਵਿਚਾਰੇ ਨੇ। ਉਹ ਸਾਰੀ ਕਣਕ ਘਰੇ ਪਈ ਤੀ ਤੇ ਕੰਬਾਈਨ ਤਾਂ ਉੱਥੋਂ ਨਿਕਲ ਗਈ, ਕਟਰ ਵੀ ਵਿੱਚ ਫਸ ਗਿਆ ਉਹਦੇ, ਤੇ ਸਾਰੀ ਉਹਦੀ ਕਣਕ ਹੈ ਜਿਹੜੀ ਉਹ ਵੀ ਸੜ ਗਈ। ਕੰਟਰੋਲ ਕਰਨ ਲਈ ਦੇਖੋ ਉਸੇ ਸਮੇਂ DC ਸਾਹਿਬ ਨਾਲ ਗੱਲ ਕੀਤੀ ਹੈ, SSP ਸਾਹਿਬ ਨਾਲ ਗੱਲ ਕੀਤੀ ਹੈ, SDM ਨਾਲ ਗੱਲ ਕੀਤੀ ਹੈ, ਸਾਰੇ ਪ੍ਰਸ਼ਾਸਨ ਨਾਲ। ਔਰ ਸਾਰਾ ਪ੍ਰਸ਼ਾਸਨ ਪੂਰੀ ਤਰ੍ਹਾਂ ਦੇ ਨਾਲ ਲੱਗਿਆ ਹੋਇਆ ਹੈ। ਫਾਇਰ ਬ੍ਰਿਗੇਡ ਸੁਨਾਮ ਤੋਂ, ਸਮਾਣੇ ਤੋਂ, ਸੰਗਰੂਰ ਤੋਂ, ਸਾਰੇ ਫਾਇਰ ਬ੍ਰਿਗੇਡ, ਕਿਉਂਕਿ ਅੱਗ ਕਈ ਪਿੰਡਾਂ ਦੇ ਵਿੱਚ ਲੱਗ ਗਈ। ਇਸ ਕਰਕੇ ਜਿਵੇਂ ਹਾਂਡੇ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਇਆ, ਇੱਥੇ ਵੀ ਫਾਇਰ ਬ੍ਰਿਗੇਡ ਹੈਗੇ ਆ। ਮਕਰੋੜ ਸਾਹਿਬ ਫਾਇਰ ਬ੍ਰਿਗੇਡ ਚੱਲ ਰਿਹਾ, ਮੰਡਵੀ ਚੱਲ ਰਿਹਾ। ਸੋ ਸਾਰੇ ਪਿੰਡਾਂ ਦੇ ਵਿੱਚ ਫਾਇਰ ਬ੍ਰਿਗੇਡ ਜਿੰਨੇ ਵੀ ਅਵੇਲੇਬਲ ਥੇ ਇਲਾਕੇ ਦੇ ਵਿੱਚ, ਉਹ ਸਾਰੇ ਫਾਇਰ ਬ੍ਰਿਗੇਡ ਮੰਗਾਏ ਨੇ। ਤੇ ਸਾਰਾ ਪ੍ਰਸ਼ਾਸਨ ਇੱਥੇ, DSP, ਤਹਿਸੀਲਦਾਰ ਸਾਰੇ ਇੱਥੇ ਖੜੇ ਆ। ਸਾਰਾ ਪ੍ਰਸ਼ਾਸਨ ਆਪਸੀ ਤਾਲਮੇਲ ਦੇ ਨਾਲ ਇਸ ਅੱਗ ਨੂੰ ਬੁਝਾਉਣ ਦੇ ਲਈ ਪੂਰਾ ਯਤਨਸ਼ੀਲ ਹੈ, ਪੂਰੇ ਲੱਗੇ ਹੋਏ ਨੇ। ਪਰ ਜਿਹੜੀ ਕੁੱਪਾਂ ਨੂੰ ਅੱਗ ਲੱਗੀ ਹੈ, ਇਹ ਕੁੱਪਾਂ ਨੂੰ ਅੱਗ ਜਿਵੇਂ ਤੂੜੀ ਦੀ ਅੱਗ ਛੇਤੀ ਬੁਝਦੀ ਨਹੀਂ ਹੈ। ਅੱਛਾ, ਇੱਕ ਹਵਾ ਬੜੀ ਤੇਜ਼ ਚੱਲ ਰਹੀ ਹੈ, ਜਿਹੜੀ ਸਭ ਤੋਂ ਵੱਡੀ ਖਤਰੇ ਦਾ ਕਾਰਨ ਹੈ। ਜਿਵੇਂ ਹਾਂਡੇ ਦੇ ਵਿੱਚ ਤਾਂ ਜਿਹੜੇ ਕੁੱਪਾਂ ਦੇ ਸੀ, ਉਹ ਕਈਆਂ ਨੇ ਘਰਾਂ ਦੇ ਬਾਹਰ ਹੀ ਕੁੱਪ ਲੱਗੇ ਹੋਏ ਆ, ਉਹ ਤੋਂ ਬਹੁਤ ਜ਼ਿਆਦਾ ਖਤਰਾ ਬਣਿਆ ਹੋਇਆ। ਹੁਣ ਜਦ ਤੱਕ ਉਹ ਕੁੱਪ ਦੀ ਅੱਗ ਨਹੀਂ ਬੁਝਦੀ ਤੇ ਜਾਂ ਹਵਾ ਬੰਦ ਨਹੀਂ ਹੁੰਦੀ, ਉਹ ਅੱਗ ਦਾ ਕੋਈ ਪਤਾ ਨਹੀਂ ਕਿਹੜੇ ਪਾਸੇ ਹਵਾ ਚੱਲ ਜੇ ਤੇ ਕਿਹੜੇ ਪਾਸੇ ਅੱਗ ਚੱਲ ਜਾਵੇ। ਸਵੇਰੇ ਹੀ ਸਾਰੀਆਂ ਡਾਕਟਰਾਂ ਦੀਆਂ ਟੀਮਾਂ, ਪਸ਼ੂਆਂ ਦੇ ਡਾਕਟਰ ਵੀ, ਸਾਰੀਆਂ ਟੀਮਾਂ ਡਾਕਟਰਾਂ ਦੇ ਇੱਥੇ ਆਉਣਗੀਆਂ। ਸਾਰੇ ਤਹਿਸੀਲਦਾਰ, SDM ਸਾਰੇ ਮੌਕੇ 'ਤੇ ਆਉਣਗੇ। ਸਾਰਾ ਜੋ ਵੀ ਨੁਕਸਾਨ ਲੋਕਾਂ ਦਾ ਹੋਇਆ, ਉਹਦਾ ਸਾਰੇ ਦਾ ਜਾਇਜ਼ਾ ਲੈ ਕੇ ਉਹ ਸਾਰਾ ਬਣਦਾ ਮੁਆਵਜ਼ਾ ਵੀ ਲੋਕਾਂ ਨੂੰ ਪੂਰੀ ਤਰ੍ਹਾਂ ਨਾਲ ਦਿੱਤਾ ਜਾਊਗਾ। ਦੇਖੋ, ਮੁਆਵਜ਼ਾ ਦਿੱਤਾ ਜਾ ਸਕਦਾ ਹੈ। ਦੁੱਖ ਐਡਾ ਵੱਡਾ ਹੈ ਇਸ ਪਿੰਡ ਦੇ ਵਿੱਚ, ਤਾਂ ਮੈਂ ਕਹਿੰਦਾ ਕੋਈ ਤੂੜੀ ਦੀ ਗੱਲ ਹੀ ਨਹੀਂ ਰਹੀ। ਸਾਰੇ ਪਿੰਡ ਦੀ ਤੂੜੀ ਮੱਚ ਗਈ। ਜਿੰਨੇ ਕੁੱਪ ਸੀ ਉੱਥੇ ਕਿੱਲੇ, 1.5 ਕਿੱਲੇ ਦੇ ਵਿੱਚ ਕੁੱਪ ਲੱਗੇ ਹੋਏ ਨੇ। ਉਹ ਜਸਟ ਲਾਈਕ ਇੱਕ ਸਾਂਝੀ ਜੀ ਜਗ੍ਹਾ ਬਣੀ ਹੋਈ ਹੈ, ਸਾਰੇ ਪਿੰਡ ਦੇ ਉੱਤੇ ਕੁੱਪ ਲਾ ਦਿੰਦੇ ਆ ਸਾਂਝੇ, ਉਹ ਸਾਰੀ ਸੜ ਗਈ। ਵੀ ਪਸ਼ੂਆਂ ਦੇ ਚਾਰੇ ਦੇ ਲਈ ਤੂੜੀ ਦਾ ਜਿਹੜਾ ਬਹੁਤ ਵੱਡਾ ਸੰਕਟ ਇਸ ਪਿੰਡ ਦੇ ਵਿੱਚ ਹੋਣ ਵਾਲਾ ਹੈ, ਇਸੇ ਤਰ੍ਹਾਂ ਦੂਜੇ ਪਿੰਡਾਂ ਦੇ ਵਿੱਚ ਹੈ। ਸੋ ਇਹ ਸਾਰਾ ਮੁਆਵਜ਼ਾ ਤਾਂ ਇਹਨਾਂ ਨੂੰ ਦਿੱਤਾ ਜਾਊਗਾ, ਪਰ ਨੁਕਸਾਨ ਬਹੁਤ ਵੱਡਾ ਹੋਇਆ ਹੈ। ਸੋ ਇਹ ਬਹੁਤ ਹੀ, ਜਿਹਨੂੰ ਕਹਿਣਾ ਚਾਹੀਦਾ, ਦੁੱਖ ਹੈ। ਬਹੁਤ ਸ਼ਬਦਾਂ 'ਚ ਹੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਸਾਹਮਣੇ 6 ਮਹੀਨਿਆਂ ਦੀ ਕਮਾਈ ਸੜ ਰਹੀ ਹੈ। ਜਿਹੜੇ ਕੁੱਪ ਬੰਨੇ ਸੀ ਬੜੇ ਚਾਵਾਂ ਦੇ ਨਾਲ, ਉਹ ਸਾਰੇ ਕੁੱਪ ਪਲ ਭਰ ਦੇ ਵਿੱਚ ਸਾਰੇ ਸੁਆਹ ਹੋ ਗਏ। ਸਾਰੇ ਫਰਨੀਚਰ ਸੜ ਰਿਹਾ ਹੈ। ਸੋ ਇੱਕ ਬੇਬਸ ਹੋ ਕੇ ਲੋਕ ਦੇਖ ਰਹੇ ਸੀ। ਤੋਂ ਆਈ ਹੈ, ਸਮਾਣੇ ਤੋਂ ਆਈ ਹੈ, ਸੰਗਰੂਰ ਤੋਂ ਆਏ ਨੇ। 3 ਫਾਇਰ ਬ੍ਰਿਗੇਡ ਸੰਗਰੂਰ ਅਵੇਲੇਬਲ ਸੀ, 3 ਆ ਗਏ ਸੀ ਇੱਥੇ। ਸੋ ਕਰੀਬ 5 ਜਾਂ 6 ਫਾਇਰ ਬ੍ਰਿਗੇਡ ਇੱਥੇ
ਲੱਗੇ ਹੋਏ ਆ। ਅਸੀਂ ਟੋਹਾਣੇ ਵੀ ਰਿਕੁਐਸਟ ਕੀਤੀ ਤੀ ਇਹਨਾਂ ਨੂੰ, ਪਰ ਟੋਹਾਣੇ ਵਾਲੇ ਨੇ ਫਾਇਰ ਬ੍ਰਿਗੇਡ ਭੇਜੇ ਨਹੀਂ, ਜਾਣੇ ਕਿਉਂ, ਪਰ ਅਸੀਂ ਤਾਂ ਰਿਕੁਐਸਟ ਉਹਨਾਂ ਨੂੰ ਕਈ ਦਫਾ ਕੀਤੀ ਪਰ ਉੱਥੋਂ ਨਹੀਂ ਆਏ। ਇਹ ਫਾਇਰ ਬ੍ਰਿਗੇਡ ਇੱਥੇ ਆਏ ਹੋਏ ਜ਼ਿਲ੍ਹੇ ਸੰਗਰੂਰ ਦੀਆਂ ਸਾਰੀਆਂ ਫਾਇਰ ਬ੍ਰਿਗੇਡ ਆ। ਆਹ ਜ਼ਿਲ੍ਹੇ ਸਮਾਣੇ ਦੀ ਵੀ ਆਈ ਹੋਈ ਹੈ, ਪਟਿਆਲਾ ਸਿੰਘ। ਹਾਂ, ਉਹ ਸਾਰੇ ਫਾਇਰ ਬ੍ਰਿਗੇਡ ਲੱਗੀਆਂ ਹੋਈਆਂ ਨੇ। ਤੇ ਉਮੀਦ ਹੈ ਜਿਸ ਤਰ੍ਹਾਂ ਇਹਨਾਂ ਪਿੰਡਾਂ ਦੇ ਵਿੱਚ ਕੰਟਰੋਲ ਹੋਇਆ, ਮੰਡਵੀ ਕੁਦਰਤ ਨੇ ਕਿਰਪਾ ਕਰਤੀ, ਉੱਥੇ ਮੀਂਹ ਪੈ ਗਿਆ ਬੜਾ ਜ਼ਬਰਦਸਤ, ਉੱਥੇ ਮੀਂਹ ਨਹੀਂ ਕੰਟਰੋਲ ਕਰਤਾ, ਅਸੀਂ ਉੱਥੋਂ ਹੀ ਫਾਇਰ ਬ੍ਰਿਗੇਡ ਹਟਾ ਕੇ ਉਹਦੀ ਮਕਰੋੜ ਸਾਹਿਬ ਮੰਗਾ ਲਿਆ ਸੀਗਾ।